ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜਿਹ ਜਾਨੀ। ਰਹਿਣੀ ਰਹੈ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ। ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਅੱਜ ਇੱਕ ਨਵੀਂ ਪੁਸਤਕ ਆਰੰਭ ਕਰਨ ਜਾ ਰਹੇ ਹਾਂ। ਨਾਮ ਹੈ ਖਾਲਸਾ ਜੀਵਨ ਅਤੇ ਗੁਰਮਤਿ ਰਹਿਤ ਮਰਿਆਦਾ, ਜਿਨ੍ਹਾਂ ਦੇ ਕਰਤਾ ਨੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ। ਆਓ ਸ਼ੁਰੂ ਕਰੀਏ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਮੁੱਖ ਬੰਦ। ਇਹ ਸੰਸਾਰ ਅੱਗ ਦਾ ਸਮੁੰਦਰ ਹੈ, ਜਿਸ ਵਿੱਚ ਹੰਸ ਹੇਤ ਲੋਭ ਕੋਪ, ਚਾਰੇ ਨਦੀਆਂ ਅੱਗ, ਵਿਕਾਰਾਂ ਤ੍ਰਿਸ਼ਨਾ ਈਰਖਾ, ਮੇਰ ਮਮਤਾ ਅਤੇ ਕਾਲ ਦੀ ਅੱਗ ਹੈ। ਜੋ ਜੀਵ ਇਸ ਵਿੱਚ ਪੈਂਦੇ ਹਨ ਸੜ ਜਾਂਦੇ ਹਨ। ਹਜੂਰ ਦਾ ਸ੍ਰੀ ਮੁਖ ਵਾਕ ਹੈ, ਮਿਥਨ ਮੋਹ ਅਗਨ ਸੋਕ ਸਾਗਰ। ਪਰ ਜੋ ਗੁਰੂ ਕਿਰਪਾ ਨਾਲ ਸ਼ਬਦ ਨਾਲ ਜੁੜਦੇ ਹਨ, ਉਹ ਇਸ ਤੋਂ ਤਰ ਜਾਂਦੇ ਹਨ। ਇਹੋ ਸੰਸਾਰ ਵਿਕਾਰ ਸੰਸੇ ਮਹਿ, ਤਰਿਓ ਬ੍ਰਹਮ ਗਿਆਨੀ। ਇਹ ਸੰਸਾਰ ਜੰਗਲ ਦੀ ਨਿਆਈ ਹੈ, ਜਿਸ ਨੂੰ ਚੇਤ ਦੇ ਮਹੀਨੇ ਵਿੱਚ ਤੇਜ਼ ਹਵਾ ਦੇ ਚੱਲਣ ਤੋਂ, ਬਾਂਸਾਂ ਦੇ ਘਸਣ ਤੇ ਖਹਿ ਕਹਿ ਕੇ ਅੱਗ ਲੱਗ ਜਾਂਦੀ ਹੈ। ਸਾਰਾ ਜੰਗਲ ਸੜ ਜਾਂਦਾ ਹੈ, ਪਰ ਕੋਈ ਬੂਟਾ ਜੋ ਨਦੀ ਕਿਨਾਰੇ ਹੋਵੇ ਹਰਿਆ ਵੀ ਰਹਿ ਜਾਂਦਾ ਹੈ। ਇਸੇ ਤਰ੍ਹਾਂ ਜੀਵ ਬਾਂਸਾਂ ਦੀ ਨਿਆਈ ਹਨ। ਵਾਸ਼ਨਾ ਰੂਪੀ ਪਾਉਣ ਦੇ ਚੱਲਣ ਨਾਲ ਇੱਕ ਦੂਜੇ ਨਾਲ ਮਾਇਕੀ ਪਦਾਰਥਾਂ ਤੇ ਮੋਹ ਕਰਕੇ ਖਹਿੰਦੇ ਹਨ। ਈਰਖਾ ਦੀਆਂ ਰਗੜਾਂ ਮਾਰ ਮਾਰ ਕੇ ਇਸ ਅੱਗ ਵਿੱਚ ਸੜਦੇ ਹਨ। ਦਾਵਾ ਅਗਨ ਬਹੁਤ ਤ੍ਰਿਣ ਜਾਲੇ, ਕੋਈ ਹਰਿਆ ਬੂਟ ਰਹਿਓ ਰੀ। ਪਰ ਕਈ ਗੁਰਮੁਖ ਐਸੇ ਹਨ ਜੋ ਵਾਸ਼ਨਾ, ਈਰਖਾ, ਤ੍ਰਿਸ਼ਨਾ ਤੇ ਮੇੜ ਤੋਂ ਬਚੇ ਰਹਿੰਦੇ ਹਨ। ਉਹ ਸੰਗਤ ਰੂਪੀ ਨਦੀ ਦੇ ਕਿਨਾਰੇ ਪਰਮੇਸ਼ਰ ਦੇ ਨਾਮ ਰੂਪੀ ਜਲ ਦੇ ਆਸਰੇ ਹਰੇ ਭਰੇ ਵੀ ਰਹਿ ਜਾਂਦੇ ਹਨ। ਉਹਨਾਂ ਨੂੰ ਤੱਤੀ ਹਵਾ ਵੀ ਨਹੀਂ ਲੱਗਦੀ। ਤਾਤੀ ਵਾਓ ਨਾ ਲੱਗਈ, ਪਾਰ ਬ੍ਰਹਮ ਸਰਣਾਈ। ਸੋ ਸਾਰੇ ਜਗਤ ਜਲੰਦੇ ਨੂੰ ਇਸ ਸਾਰੇ ਪ੍ਰਕਾਰ ਦੀ ਅੱਗ ਤੋਂ ਬਚਾਉਣ ਵਾਸਤੇ ਅਕਾਲ ਪੁਰਖ ਨੇ ਗੁਰੂ ਨਾਨਕ ਨਾਮ ਰਖਾ ਕੇ ਆਪਣਾ ਅਵਤਾਰ ਕਲਯੁਗ ਵਿੱਚ ਪ੍ਰਗਟ ਕਰਕੇ ਆਤਸ ਦੁਨੀਆ ਖੁਨਕ ਨਾਮ ਖੁਦਾਇਆ। ਕਲ ਤਾਤੀ ਠਾਂਡਾ ਹਰ ਨਾਓ, ਸਿਮਰ ਸਿਮਰ ਸਦਾ ਸੁਖ ਪਾਓ। ਜਿਨ੍ਹਾਂ ਨੇ ਠੰਡ ਵਾਲਾ, ਸ਼ਾਂਤੀ ਦੇਣ ਵਾਲਾ ਆਪਣਾ ਨਾਮ ਬਖਸ਼ਿਆ, ਜਿਸ ਨਾਲ ਛਾਤੀ ਸੀਤਲ ਮਨ ਸੁਖੀ, ਸ਼ੰਤ ਗੋਬਿੰਦ ਗੁਣ ਗਾਏ ਦੀ ਦਾਤ ਪ੍ਰਾਪਤ ਹੋਈ। ਅਗਿਆਨ ਸੂਰਜ ਦੀਆਂ ਦਵੈਖ ਕਿਰਨਾਂ ਦੀ, ਤ੍ਰਿਸ਼ਨਾ ਦੀ ਧੁੱਪ ਤੋਂ ਤਪਤ ਮਾਹੇ ਠਾੜ ਵਰਤਾਈ। ਆਨੰਦ ਭਇਆ ਦੁਖ ਨਾਠੇ ਭਾਈ ਦੀ ਬਖਸ਼ਿਸ਼ ਕੀਤੀ। ਰਿੱਧੀ ਸਿੱਧੀ ਵਾਲਿਆਂ ਦੇ ਮਨ ਵੀ ਈਰਖਾ ਨਾਲ ਤਪ ਰਹੇ ਸਨ। ਉਹਨਾਂ ਨੂੰ ਵੀ ਸ਼ਬਦ ਕਰਕੇ ਹੀ ਸ਼ਾਂਤੀ ਬਖਸ਼ੀ। ਬਾਬੇ ਕੀਤੀ ਸਿੱਧ ਗੋਸ਼ਟ, ਸ਼ਬਦ ਸਾਤ ਸਿੱਧਾਂ ਵਿੱਚ ਆਈ। ਇਉਂ ਨਾਮ ਦੀ ਦਾਤ ਦੇ ਕੇ ਸਭ ਨੂੰ ਠਾਰਿਆ। ਜਿਨ੍ਹਾਂ ਦੇ ਹਿਰਦੇ ਰੂਪ ਕੜਾਹੇ ਤ੍ਰਿਸ਼ਨਾ ਤੇ ਈਰਖਾ ਨਾਲ ਤਪ ਰਹੇ ਸਨ, ਉਹਨਾਂ ਤੇ ਰਹਿਮਤ ਕੀਤੀ। ਤਪਤ ਕੜਾਹਾ ਬੁਝ ਗਿਆ,
ਗੁਰ ਸੀਤਲ ਨਾਮ ਦਿਓ। ਸਾਰੇ ਸੰਸਾਰ ਦੇ ਵੈਦ ਬਣ ਕੇ ਆਦਿ ਵਿਆਦੀ ਉਪਾਦੀ ਤਾਪ ਵੀ ਦੂਰ ਕੀਤੇ। ਠਾੜ ਭਾਈ ਕਰਤਾਰੇ ਤਾਪ ਛੋੜ ਗਿਆ ਪਰਵਾਰੇ। ਜੋ ਤਪਸ਼ ਹੋਰ ਕਿਸੇ ਵੀ ਤਰ੍ਹਾਂ ਨਹੀਂ ਸੀ ਬੁਝਦੀ, ਉਹ ਨਾਮ ਦੀ ਦਾਤ ਨਾਲ ਬੁਝਾ ਕੇ ਐਸੀ ਠੰਡ ਬਖਸ਼ੀ ਜੋ ਕਿ ਚੰਦਨ ਚੰਦ ਤੇ ਠੰਡ ਦੀ ਰੁੱਤ ਵੀ ਨਾ ਦੇ ਸਕੀ। ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਈ ਕਾਮ। ਸੀਤਲ ਥੀਵੈ ਨਾਨਕਾ, ਜਪੰਦੜੋ ਹਰ ਨਾਮ। ਇਹ ਸਾਰੀ ਦੀ ਸਾਰੀ ਤਪਸ਼ ਦਸਾਂ ਸਰੂਪਾਂ ਵਿੱਚ ਗੁਰਬਾਣੀ ਦੇ ਪਾਠ, ਗੁਰਮੰਤਰ ਦੇ ਸਿਮਰਨ, ਭਜਨ ਕਥਾ ਕੀਰਤਨ ਨਾਲ ਮੇਟ ਦਿੱਤੀ। ਪਾਰ ਬ੍ਰਹਮ ਹੋਆ ਸਹਾਈ, ਕਥਾ ਕੀਰਤਨ ਸੁਖਦਾਈ। ਸੁਨ ਕਰ ਬਚਨ ਤੁਮਾਰੇ ਸਤਿਗੁਰ, ਮਨ ਤਨ ਮੇਰਾ ਠਾਰ ਥਿਓ। ਮਨ ਤਨ ਮੇਰਾ ਠਾਰ ਥਿਓ। ਸਤਿਗੁਰ ਬਚਨ ਤੁਮਾਰੇ, ਨਿਰਗੁਣ ਨਿਸਤਾਰੇ। ਮਹਾ ਬਿਖਾਦੀ ਦੁਸ਼ਟ ਅਪਵਾਦੀ, ਤੇ ਪੁਨੀਤ ਸੰਗਾਰੇ। ਪਰਮੇਸ਼ਰ ਦੇ ਸੰਤ ਭਗਤ ਸੇਵਕ ਗੁਰਸਿੱਖ ਨਾਮ ਬਾਣੀ ਦੇ ਰਸੀਏ, ਹਰ ਕੇ ਸੇਵਕ ਜੋ ਹਰ ਭਾਏ, ਤਿਨ ਕੀ ਕਥਾ ਨਿਰਾਰੀ ਰੇ। ਉਹਨਾਂ ਆਪਣੇ ਸੇਵਕਾਂ ਦਾ ਜਨ ਕੋ ਅੰਗ ਨਿਰਾਰੋ, ਦੁਨੀਆ ਨਾਲੋਂ ਨਿਰਾਲਾ ਪੱਖ ਕਰਕੇ ਸਹਾਇਤਾ ਕੀਤੀ। ਉਹਨਾਂ ਦੀ ਕਥਾ ਨਿਰਾਲੀ ਹੈ, ਅਨੋਖੀ ਹੈ। ਉਹ ਤਾਂ ਆਵਹਿ ਨ ਜਾਹੇ ਨ ਕਬਹੂ ਮਰਤੇ, ਪਾਰ ਬ੍ਰਹਮ ਸੰਗਾਰੀ ਰੇ। ਉਹ ਬਖਸ਼ੀਆਂ ਰੂਹਾਂ ਜਿਨ੍ਹਾਂ ਦੇ ਜੀਵਨ ਰੋਸ਼ਨ ਮੁਨਾਰੇ ਦੀ ਨਿਆਈ, ਹੋਰਨਾਂ ਦੇ ਜੀਵਨ ਜਹਾਜ਼ ਨੂੰ ਵੀ ਮੁਕਤੀ ਰੂਪੀ ਕਿਨਾਰੇ ਤੇ ਪਹੁੰਚਾਉਂਦੇ ਹਨ। ਉਹਨਾਂ ਵਿੱਚੋਂ ਪੂਰਨ ਬ੍ਰਹਮ ਗਿਆਨੀ ਸੰਤ ਸੁੰਦਰ ਸਿੰਘ ਜੀ ਅਤੇ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਹੋਏ ਹਨ, ਜਿਨ੍ਹਾਂ ਦਾ ਜੀਵਨ ਚਰਿੱਤਰ ਸੰਖੇਪ ਰੂਪ ਵਿੱਚ ਲਿਖਣ ਦਾ ਨਿਮਾਣਾ ਜਿਹਾ ਯਤਨ ਆਰੰਭਿਆ ਹੈ। ਇਤਿਹਾਸ ਕੌਮ, ਦੇਸ਼ ਅਤੇ ਨਸਲੀ ਵਿਰਸੇ ਦਾ ਅਮੁੱਕ ਖਜ਼ਾਨਾ ਤੇ ਸਰਮਾਇਆ ਹੁੰਦਾ ਹੈ। ਗੁਰਮੁਖਾਂ, ਗੁਰਸਿੱਖਾਂ, ਸਿੰਘਾਂ, ਸੰਤਾਂ, ਭਗਤਾਂ ਅਤੇ ਮਹਾਂਪੁਰਖਾਂ ਦਾ ਜੀਵਨ ਆਉਣ ਵਾਲੀ ਸੱਭਿਅਤਾ ਤੇ ਆਚਾਰ ਦੀ ਨੀਂਹ ਹੁੰਦਾ ਹੈ। ਸੋ ਉਹਨਾਂ ਵਿਅਕਤੀਆਂ ਦਾ ਜੀਵਨ ਜਿਨ੍ਹਾਂ ਸਵਾਸ ਸਵਾਸ ਵਾਹਿਗੁਰੂ ਦੇ ਸਿਮਰਨ, ਪਰ ਉਪਕਾਰ ਤੇ ਸਰਬੱਤ ਦੇ ਭਲੇ ਲਈ ਲਾਇਆ। ਜਿਨ ਹਰ ਅਰਥ ਸਰੀਰ ਲਗਾਇਆ, ਗੁਰ ਸਾਧੂ ਬਹੁ ਸਰਦਾ ਲਾਏ ਮੁਖ ਤੂੜਾ। ਪਰ ਉਪਕਾਰ ਨਿਤ ਚਿਤਵਤੇ, ਨਾਹੀ ਕਛ ਪੋਚ। ਸਾਡੇ ਲਈ ਚਾਨਣ ਮੁਨਾਰਾ ਹੈ ਅਤੇ ਅਜਿਹੇ ਪਵਿੱਤਰ ਜੀਵਨ ਦੀਆਂ ਯਾਦਾਂ ਦੇ ਸੰਭਾਲ ਕਰਨਾ ਸਾਡਾ ਫਰਜ਼ ਬਣਦਾ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਜੀ ਦੀ ਦਮਦਮਾ ਸਾਹਿਬ ਵਾਲੀ ਚਲਾਈ ਸੰਪਰਦਾਈ ਟਕਸਾਲ ਦੀ ਪਵਿੱਤਰ ਸੇਵਾ ਕਰਦੇ ਗੁਰੂ ਘਰੋਂ ਵਰਸਾਏ ਵਿਦਿਆ ਮਾਰਤੰਡ ਬ੍ਰਹਮ ਗਿਆਨੀ ਸੱਚਖੰਡ ਵਾਸੀ ਸੰਤ ਸੁੰਦਰ ਸਿੰਘ ਜੀ ਤੇ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਦਸੋ ਹੀ ਪਾਤਸ਼ਾਹੀਆਂ ਦੀ ਆਤਮਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਤੇ ਚਵਰ ਤਖਤ ਛਤਰ ਦੇ ਮਾਲਕ, ਸਰਬ ਕਲਾ ਸਮਰੱਥ, ਹਾਜ਼ਰ ਨਾਜ਼ਰ, ਜਾਗਦੀ ਜੋਤ, ਜਗਤ ਗੁਰੂ ਹੋਣ ਦਾ ਅਟਲ ਨਿਸ਼ਚਾ, ਸਿੰਘਾਂ ਨੂੰ ਬ੍ਰਹਮ ਵਿਦਿਆ ਦਾ ਦਾਨ, ਪਾਵਨ ਕਿਰਿਆ, ਸੰਜਮੀ ਜੀਵਨ, ਨਿਮਰਤਾ, ਗਰੀਬੀ, ਸਿਮਰਨ, ਸੇਵਾ, ਘਾਲ ਕਮਾਈ, ਵੈਰਾਗ, ਤਿਆਗ, ਗੁਰਬਾਣੀ ਦਾ ਸਤਿਕਾਰ, ਪ੍ਰੇਮ ਤੇ ਸ਼ਰਧਾ ਨਾਲ ਪਾਠ, ਨਿਤਨੇਮ, ਕਥਾ ਵਿਚਾਰ, ਖਾਲਸਾ ਪੁਣਾ, ਸਿੰਘਾਂ ਨਾਲ ਪਿਆਰ, ਪੰਜ ਕਕਾਰਾਂ ਦੀ ਰਹਿਤ ਦੀ ਪਰਪੱਕਤਾ, ਗੁਰਸਿੱਖੀ ਲਈ ਸ਼ਰਧਾ ਅਤੇ ਸਰਬੱਤ ਦੇ ਭਲੇ ਦੀਆਂ ਕਈ ਯਾਦਾਂ
ਜੋ ਦਾਸਾਂ ਨੇ ਸੁਣੀਆਂ ਜਾਂ ਵਾਪਰਦੀਆਂ ਵੇਖੀਆਂ, ਉਹਨਾਂ ਸਭ ਯਾਦਾਂ ਤੇ ਜੀਵਨ ਕਣੀਆਂ ਨੂੰ ਸਤਿਗੁਰੂ ਜੀ ਦੀ ਕਿਰਪਾ ਨਾਲ ਸੰਖੇਪ ਰੂਪ ਵਿੱਚ ਲਿਖਣ ਦਾ ਯਤਨ ਕੀਤਾ ਹੈ, ਤਾਂ ਕਿ ਖਾਲਸਾ ਜੀ ਦਾ ਪਵਿੱਤਰ ਗੁਰਸਿੱਖੀ ਵਿੱਚ ਪਰਪੱਕ ਜੀਵਨ ਜਾਚ ਦ੍ਰਿੜ ਕਰਾ ਕੇ ਅਨੇਕਾਂ ਪ੍ਰਾਣੀਆਂ ਦਾ ਭਲਾ ਕਰਦੇ ਰਹੇ। ਮਨੁੱਖ ਦੀਆਂ ਯਾਦਾਂ ਖਾਮੋਸ਼ ਹੀ ਖਾਮੋਸ਼, ਮਨੁੱਖ ਦੀਆਂ ਯਾਦਾਂ ਖਾਮੋਸ਼ ਹੀ ਖਾਮੋਸ਼ ਮਨੁੱਖ ਦੇ ਅੰਤ ਨਾਲ ਅੰਤ ਹੋ ਜਾਂਦੀਆਂ ਹਨ। ਉਹਨਾਂ ਦਾ ਲਾਭ ਹੋਰਨਾਂ ਨੂੰ ਨਹੀਂ ਪੁੱਜਦਾ। ਸੋ ਦਿਲ ਅੰਦਰ ਇਹ ਭਾਰੀ ਚਿਤਵਨੀ ਹੈ ਕਿ ਖਾਲਸਾ ਜੀ ਦਾ ਜੀਵਨ ਵਿਸਤਾਰ ਸਹਿਤ ਲਿਖ ਕੇ ਛਪਵਾ ਕੇ ਸੰਗਤਾਂ ਅੱਗੇ ਭੇਟ ਕੀਤਾ ਜਾਵੇ। ਇਹਨਾਂ ਵਿਚਾਰਾਂ ਨੂੰ ਮੁੱਖ ਰੱਖ ਕੇ ਆਪ ਸਰਬੱਤ ਸੰਗਤਾਂ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਖਾਲਸਾ ਜੀ ਆਪ ਜੀ ਦੇ ਨਗਰ ਜਥੇ ਸਮੇਤ ਧਾਰਮਿਕ ਪ੍ਰਚਾਰ ਕਰਨ ਹਿੱਤ ਪਹੁੰਚੇ ਹੋਣਗੇ। ਕਈ ਵਾਰੀ ਆਪ ਜੀ ਨੂੰ ਉਹਨਾਂ ਦੀ ਸੰਗਤ ਪ੍ਰਾਪਤ ਹੋਈ ਹੋਵੇਗੀ। ਉਹਨਾਂ ਦੇ ਜੀਵਨ ਦੀਆਂ ਕਈ ਮਿੱਠੀਆਂ ਯਾਦਾਂ, ਪਰ ਉਪਕਾਰ ਦੇ ਕੌਤਕ ਅਤੇ ਨਿਸ਼ਕਾਮ ਸੇਵਾ ਦੀਆਂ ਪਵਿੱਤਰ ਘਟਨਾਵਾਂ ਆਪ ਜੀ ਨੇ ਸੁਣੀਆਂ ਜਾਂ ਆਪ ਜੀ ਦੇ ਨਗਰ ਵਿੱਚ ਵਾਪਰੀਆਂ ਹੋਣਗੀਆਂ। ਉਹ ਆਪ ਜੀ ਲਿਖ ਕੇ ਤੇ ਹੋਰ ਗੁਰਮੁਖਾਂ ਕੋਲੋਂ ਪੁੱਛ ਕੇ ਲਿਖਵਾ ਕੇ ਜੋ ਭੇਜੋਗੇ, ਉਹ ਆਪ ਜੀ ਦੇ ਭੇਜੇ ਸ਼ਰਧਾ ਦੇ ਫੁੱਲ ਤੁਹਾਡੇ ਤੁਹਾਡੇ ਨਾਮ ਨਾਲ ਅਗਲੀ ਐਡੀਸ਼ਨ 'ਚੋਂ ਛਾਪੇ ਜਾਣਗੇ। ਇਹੋ ਜਿਹੇ ਸ਼ੁਭ ਕਾਰਜ ਸਤਿਗੁਰੂ ਜੀ ਦੀ ਕਿਰਪਾ ਤੇ ਸੰਗਤ ਦੇ ਸਹਿਯੋਗ ਨਾਲ ਹੀ ਪੂਰਨ ਹੋ ਸਕਦੇ ਹਨ। ਆਪ ਜੀ ਨੇ ਜ਼ਰੂਰੀ ਵਿਵਹਾਰਕ ਕੰਮ ਛੱਡ ਕੇ ਵੀ ਇਸ ਸੇਵਾ ਲਈ ਸਾਥ ਦੇਣਾ, ਤਾਂ ਜੋ ਖਾਲਸਾ ਜੀ ਦਾ ਜੀਵਨ ਛੇਤੀ ਵਧੇਰੇ ਵਿਸਥਾਰ ਨਾਲ ਛਪਵਾਇਆ ਜਾ ਸਕੇ। ਰਸਨਾ ਏਕ ਅਨੇਕ ਗੁਣ, ਪੂਰਨ ਜਨ ਕੀ ਕੇਤਕ ਉਪਮਾ ਕਹੀ ਹੈ। ਆਗਮ ਅਗੋਚਰ ਸਦ ਅਬਨਾਸੀ, ਸਰਨ ਸੰਤਨ ਕੀ ਲਹੀ ਹੈ। ਦੇ ਮਹਾਵਾਕ ਅਨੁਸਾਰ ਦਾਸ ਨਿਮਾਣਾ, ਭੁੱਲਣਹਾਰ ਜੀਵ ਖਾਲਸਾ ਜੀ ਦੀ ਮਹਿਮਾ ਕੀ ਜਾਣ ਸਕਦਾ ਹੈ। ਪਰੰਤੂ ਸਤਿਗੁਰੂ ਜੀ ਦੀ ਕਿਰਪਾ ਦਾ ਸਦਕਾ ਸੱਚਖੰਡ ਵਾਸੀ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਪਾਸੋਂ ਜਥੇ ਸੰਗਤ ਵਿੱਚ ਕਈ ਸਾਲ ਰਹਿ ਕੇ ਨਿਕਟਵਰਤੀ ਦੀ ਸੇਵਾ ਪ੍ਰਾਪਤ ਹੋਣ ਦਾ ਸਦਕਾ ਖਾਤੇ ਜੋ ਧਾਰਮਿਕ ਵਿਦਿਆ ਉਹਨਾਂ ਤੋਂ ਪ੍ਰਾਪਤ ਹੋਈ ਹੈ ਅਤੇ ਬਾਕੀ ਜਾਣਕਾਰੀ ਜੋ ਦਾਸ ਤੋਂ ਪਹਿਲਾਂ ਖਾਲਸਾ ਜੀ ਦੇ ਨਿਕਟਵਰਤੀ ਪ੍ਰੇਮੀਆਂ ਕੋਲੋਂ ਪ੍ਰਾਪਤ ਹੋਈ ਹੈ, ਉਸ ਦੇ ਆਸਰੇ ਹੀ ਇਹ ਜੀਵਨ ਲਿਖਿਆ ਗਿਆ ਹੈ। ਦਾਸ ਰੋਮ ਰੋਮ ਖਾਲਸਾ ਜੀ ਦਾ ਰਿਣੀ ਹੈ, ਜਿਨ੍ਹਾਂ ਮੇਰੇ ਔਗੁਣਾਂ ਨੂੰ ਨਾ ਚਿਤਾਰਦੇ ਹੋਏ ਬਖਸ਼ਿਸ਼ ਦਾ ਹੱਥ ਸਿਰ ਤੇ ਰੱਖਿਆ। ਇਸ ਲਈ ਗੁਰ ਸੰਗਤਾਂ ਦੇ ਚਰਨਾਂ ਵਿੱਚ ਪ੍ਰਾਰਥਨਾ ਹੈ ਕਿ ਜੇ ਕਿਤੇ ਖਾਲਸਾ ਜੀ ਦੇ ਸਤਿਕਾਰ ਵਿੱਚ ਕੋਈ ਨਿਉਣਤਾ ਵਾਲੇ ਸ਼ਬਦ ਦ੍ਰਿਸ਼ਟੀ ਪੈਣ ਤਾਂ ਉਹਨਾਂ ਦੀ ਖਿਮਾ ਪ੍ਰਦਾਨ ਕਰਨੀ। ਇਸ ਪੁਸਤਕ ਖਾਲਸਾ ਜੀਵਨ ਵਿੱਚ ਪਵਿੱਤਰ ਜੀਵਨ ਦੇ ਨਾਲ ਅਲੰਕਾਰ, ਗੁਰਮਤਿ ਰਹਿਤ ਮਰਿਆਦਾ, ਗੁਰਬਾਣੀ ਦਾ ਅਦਬ, ਦੇਹਧਾਰੀ ਪਖੰਡੀ ਗੁਰੂਆਂ ਦਾ ਖੰਡਨ ਆਦਿ ਵੀ ਦਿੱਤਾ ਗਿਆ ਹੈ। ਦਾਸ ਉਹਨਾਂ ਸਾਰੇ ਪ੍ਰੇਮੀਆਂ ਸ਼ਰਧਾਵਾਨਾਂ ਦਾ ਜਿਨ੍ਹਾਂ ਇਸ ਪੁਸਤਕ ਵਿੱਚ ਸ਼ਰਧਾ ਦੇ ਫੁੱਲ ਭੇਟ ਕੀਤੇ ਹਨ ਬਹੁਤ ਬਹੁਤ ਧੰਨਵਾਦੀ ਹੈ। ਵਿਸ਼ੇਸ਼ ਤੌਰ ਤੇ ਗਿਆਨੀ ਜਗਦੀਸ਼ ਸਿੰਘ ਜੀ ਮੁਕਤਸਰ ਸਾਹਿਬ ਅਤੇ ਉਹਨਾਂ ਦੇ ਛੋਟੇ ਭਰਾਤਾ ਗਿਆਨੀ ਗੁਰਦੇਵ ਸਿੰਘ ਜੀ, ਜਿਨ੍ਹਾਂ ਨੇ ਬਹੁਤ ਮਿਹਨਤ ਕਰਕੇ ਭਾਰੀ ਸਹਿਯੋਗ ਦਿੱਤਾ ਹੈ। ਭਾਈ ਸੁਰਜੀਤ ਸਿੰਘ ਜੀ ਸੋਧੀ ਵੈਰਾਗੀ ਜੀ, ਭਾਈ ਰਸ਼ਪਾਲ ਸਿੰਘ ਜੀ BSc B.Ed ਮੁਕਤਸਰ ਨੇ ਵੀ ਬਹੁਤ ਮਿਹਨਤ ਨਾਲ ਸੇਵਾ ਕੀਤੀ ਹੈ ਅਤੇ ਜਥੇ ਦੇ ਹੋਰ ਵੀ ਬੇਅੰਤ ਸਿੰਘਾਂ ਨੇ ਸੇਵਾ ਕੀਤੀ ਹੈ। ਬਹੁਤ ਧੰਨਵਾਦ। ਸਤਿਗੁਰੂ ਜੀ ਸੇਵਾਦਾਰ ਤੇ ਪ੍ਰਵਾਨ ਕਰਨ। ਦਾਸਣ ਦਾਸ ਕਰਤਾਰ ਸਿੰਘ ਖਾਲਸਾ, ਜਥਾ ਪਿੰਡਰਾਂ ਮਹਿਤਾ। ਆਓ ਅੱਗੇ ਸੰਪਰਦਾਇ ਪ੍ਰਣਾਲੀ ਸ਼ੁਰੂ ਕਰੀਏ। ਇਸ ਪ੍ਰਣਾਲੀ ਵਿੱਚ ਬਾਬਾ ਦੀਪ ਸਿੰਘ ਜੀ ਸ਼ਹੀਦ ਤੇ ਭਾਈ ਮਣੀ ਸਿੰਘ ਜੀ ਸ਼ਹੀਦ, ਇਹਨਾਂ ਤੋਂ ਅੱਗੇ ਅੱਗੇ ਜਿਵੇਂ ਜਿਵੇਂ ਜਥੇਦਾਰ ਜੀ ਆਏ
ਉਹਨਾਂ ਦੇ ਨਾਮਾਂ ਦਾ ਵੇਰਵਾ ਹੈ। ਬਾਬਾ ਦੀਪ ਸਿੰਘ ਜੀ ਸ਼ਹੀਦ, ਭਾਈ ਗੁਰਬਖਸ਼ ਸਿੰਘ ਜੀ, ਭਾਈ ਗੁਰਦਿਆਲ ਸਿੰਘ ਜੀ, ਭਾਈ ਸੂਰਤ ਸਿੰਘ ਜੀ, ਭਾਈ ਗੁਰਦਾਸ ਸਿੰਘ ਜੀ, ਭਾਈ ਸੰਤ ਸਿੰਘ ਜੀ, ਸੰਤ ਦਇਆ ਸਿੰਘ ਜੀ, ਸੰਤ ਭਗਵਾਨ ਸਿੰਘ ਜੀ, ਸੰਤ ਹਰਨਾਮ ਸਿੰਘ ਜੀ ਬੇਦੀ, ਸੰਤ ਬਿਸ਼ਨ ਸਿੰਘ ਜੀ ਮੁਰਾਲੇ ਵਾਲੇ, ਸੰਤ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ, ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਵਾਲੇ, ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਜਥਾ ਭਿੰਡਰਾਂ ਮਹਿਤਾ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਜਥਾ ਭਿੰਡਰਾਂ ਮਹਿਤਾ ਅਤੇ ਅਨੇਕਾਂ ਕਥਾਕਾਰ ਅੱਜ ਕੱਲ੍ਹ। ਹੁਣ ਭਾਈ ਮਣੀ ਸਿੰਘ ਜੀ ਸ਼ਹੀਦ ਵਾਲੀ, ਭਾਈ ਮਣੀ ਸਿੰਘ ਜੀ ਸ਼ਹੀਦ, ਭਾਈ ਦੀਵਾਨ ਸਿੰਘ ਜੀ, ਭਾਈ ਅਮਰ ਸਿੰਘ ਜੀ, ਭਾਈ ਰਾਮ ਸਿੰਘ ਜੀ, ਭਾਈ ਚੰਦਾ ਸਿੰਘ ਜੀ, ਭਾਈ ਹਜ਼ਾਰਾ ਸਿੰਘ ਜੀ, ਡਾਕਟਰ ਭਾਈ ਵੀਰ ਸਿੰਘ ਜੀ, ਸੰਤ ਫਤਿਹ ਚੰਦ ਜੀ, ਸੰਤ ਅਮੀਰ ਸਿੰਘ ਜੀ, ਗਲੀ ਸੱਤੋ ਵਾਲੀ ਅੰਮ੍ਰਿਤਸਰ, ਸੰਤ ਕਿਰਪਾਲ ਸਿੰਘ ਜੀ, ਸੰਤ ਮੱਖਣ ਸਿੰਘ ਜੀ, ਸੰਤ ਸੰਗਤ ਸਿੰਘ ਜੀ, ਸੰਤ ਕਰਤਾਰ ਸਿੰਘ ਜੀ। ਇਹ ਨਾਮ ਉਹਨਾਂ ਜਥੇਦਾਰਾਂ ਸਾਹਿਬਾਨ ਦੇ ਜੋ ਸੀਨੇ ਬਸੀਨੇ ਚੱਲੀ ਆ ਰਹੀ ਸੰਪਰਦਾਵਾਂ ਦੇ ਅੱਗੇ ਤੋਂ ਅੱਗੇ ਜਥੇਦਾਰ ਹੋਏ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੁਰਬਾਣੀ ਦੇ ਅਰਥਾਂ ਦੀ ਸੰਪਰਦਾ ਚੱਲਣ ਦੇ ਕਾਰਨ 10ਵੇਂ ਪਾਤਸ਼ਾਹ ਜੀ ਸ੍ਰੀ ਅਨੰਦਪੁਰ ਸਾਹਿਬ ਵਿੱਚ ਸੰਗਤਾਂ ਨੂੰ ਉਤਾਰ ਰਹੇ ਸਨ। ਇੱਕ ਦਿਨ ਅੰਮ੍ਰਿਤ ਵੇਲੇ ਇੱਕ ਪ੍ਰੇਮੀ ਸਿੰਘ ਪੰਜ ਗ੍ਰੰਥੀ ਦਾ ਬੜੀ ਸ਼ਰਧਾ ਭਾਵਨਾ ਨਾਲ ਜ਼ਬਾਨੀ ਨੇ ਨਿਤਨੇਮ ਦਾ ਪਾਠ ਕਰ ਰਿਹਾ ਸੀ। ਸਤਿਗੁਰੂ ਜੀ ਸ੍ਰੀ ਕੇਸਗੜ੍ਹ ਸਾਹਿਬ ਬੰਗਲੇ ਵਿੱਚ ਸਜੇ ਹੋਏ ਸਨ। ਉਹਨਾਂ ਨੂੰ ਵੀ ਪਾਠ ਸੁਣਾਈ ਦੇ ਰਿਹਾ ਸੀ। ਦੱਖਣੀ ਓਂਕਾਰ ਦੀ ਬਾਣੀ ਪੜ੍ਹਦਿਆਂ ਜਦੋਂ ਪੰਕਤੀ ਆਈ, ਕਰਤੇ ਕੀ ਮਿਤ ਕਰਤਾ ਜਾਣੈ, ਕੈ ਜਾਣੈ ਗੁਰਸੂਰਾ, ਤਾਂ ਕੈ ਦੀ ਥਾਂ ਤੇ ਕੇ ਪੜਿਆ ਗਿਆ। ਮਹਾਰਾਜ ਜੀ ਨੇ ਸੁਣ ਕੇ 2 ਵਾਰੀ ਉੱਚੀ ਆਵਾਜ਼ ਨਾਲ ਕਿਹਾ, ਭਾਈ ਸਿੰਘਾ ਗੁਰਬਾਣੀ ਦਾ ਸ਼ੁੱਧ ਪਾਠ ਕਰ। ਸਿੰਘ ਬਾਣੀ ਪੜ੍ਹਨ ਵਿੱਚ ਮਸਤ ਸੀ, ਆਵਾਜ਼ ਨਾ ਸੁਣੀ, ਉਸੇ ਤਰ੍ਹਾਂ ਹੀ ਪੜ੍ਹੀ ਗਿਆ। ਤਾਂ ਹਜੂਰ ਨੇ ਇੱਕ ਸਿੰਘ ਭੇਜ ਕੇ ਤਾੜਨਾ ਕਰਵਾਈ, ਚਾਟਾਂ ਮਰਵਾਈਆਂ। ਉਸੇ ਦਿਨ ਸਵੇਰੇ ਉਸ ਸਿੰਘ ਨੇ ਦੀਵਾਨ ਵਿੱਚ ਆ ਕੇ ਬੇਨਤੀ ਕੀਤੀ, ਜੀ ਆਪ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤ ਰੂਪ ਗੁਰਬਾਣੀ ਪੜ੍ਹਦਿਆਂ ਤਮਾਚੇ ਵੱਜਦੇ ਹਨ, ਤਾਂ ਫੇਰ ਸਾਡੀ ਕਲਿਆਣ ਕਿਵੇਂ ਹੋਵੇਗੀ? ਤੁਹਾਡੇ ਡਿਉਢੀਦਾਰ ਨੇ ਮਾਰ ਪਾਈ ਹੈ, ਤੁਹਾਡੇ ਡਿਉਢੀਦਾਰ ਨੇ ਮਾਰ ਪਾਈ ਹੈ। ਸੁਣ ਕੇ ਸਤਿਗੁਰੂ ਜੀ ਨੇ ਕਿਹਾ, ਸਿੰਘਾ ਗੁਰਬਾਣੀ ਸਾਡੇ ਅੰਗ ਹਨ, ਤੂੰ ਗੁਰਬਾਣੀ ਗਲਤ ਪੜ੍ਹਦਾ ਸੀ। ਸਾਨੂੰ ਜੋ ਖੇਦ ਗੁਰਬਾਣੀ ਗਲਤ ਪੜ੍ਹਨ ਤੋਂ ਹੋਇਆ ਹੈ, ਤੈਨੂੰ ਚਪੇੜਾਂ ਨਾਲ ਇਤਨਾ ਨਹੀਂ ਹੋਇਆ। ਇਹ ਸੁਣ ਕੇ ਸਿੰਘ ਦੀ ਨਾਰਾਜ਼ਗੀ ਘਟੀ ਤੇ ਨਿਮਰਤਾ ਨਾਲ ਪੁੱਛਿਆ, ਸਤਿਗੁਰੂ ਜੀ ਕਿਰਪਾ ਕਰਕੇ ਦੱਸੋ, ਜਿੱਥੋਂ ਗਲਤ ਪੜ੍ਹਦਾ ਸੀ ਸੋ ਹੁਣ ਸੋਧ ਲਵਾਂ। ਮਹਾਰਾਜ ਜੀ ਨੇ ਫਰਮਾਇਆ, ਦੱਖਣੀ ਓਂਕਾਰ ਬਾਣੀ ਦੀ ਤੁਕ ਪੜੋ, ਕਰਤੇ ਕੀ ਮਿਤ ਕਰਤਾ ਜਾਣੈ, ਕੈ ਜਾਣੈ ਗੁਰਸੂਰਾ ਵਾਲੀ। ਦੁਬਾਰਾ ਉਸਨੇ ਕੈ ਦੀ ਥਾਂ ਕੇ ਹੀ ਪੜਿਆ। ਤਾਂ ਹਜੂਰ ਨੇ ਕਿਹਾ, ਇਹ ਅੱਖਰ ਤੋਂ ਗਲਤ ਪੜਿਆ ਹੈ, ਜਿਸ ਕਰਕੇ ਅਰਥ ਦਾ ਉਲਟਾ ਅਨਰਥ ਹੋ ਗਿਆ ਹੈ, ਭਾਵ ਗਲਤ ਹੋ ਗਿਆ ਹੈ। ਕਿਉਂਕਿ ਇਸ ਪੰਕਤੀ ਦਾ ਠੀਕ ਅਰਥ ਤਾਂ ਇਹ ਹੈ ਕਿ ਕਰਤੇ ਦੀ ਮਰਿਆਦਾ ਨੂੰ ਕਰਤਾ ਆਪ ਜਾਣਦਾ ਹੈ। ਕੈ ਅਥਵਾ ਗੁਰੂ ਸੂਰਮਾ ਜਾਣਦੇ ਹਨ, ਗੁਰੂ ਸੂਰਮੇ ਜਾਣਦੇ ਹਨ। ਪਰ ਕੇ ਦਾ ਅਰਥ ਹੈ ਕਿ ਸਤਿਗੁਰੂ ਸੂਰਮੇ ਕੀ ਜਾਣਦੇ ਹਨ, ਭਾਵ ਨਹੀਂ ਜਾਣਦੇ। ਇਉਂ ਉਲਟ ਅਰਥ ਬਣ ਗਿਆ। ਜੇ ਸਤਿਗੁਰੂ ਸੂਰਮੇ ਹੀ ਪਰਮੇਸ਼ਰ ਦੀ ਮਰਿਆਦਾ ਨੂੰ ਨਹੀਂ ਜਾਣਦੇ ਤਾਂ ਹੋਰ ਕੌਣ ਜਾਣੇਗਾ? ਤੇ ਸਤਿਗੁਰੂ ਜੀ ਹੋਰ ਦੁਨੀਆ ਨੂੰ ਉਪਦੇਸ਼ ਦੇ ਕੇ ਕਿਵੇਂ ਤਾਰਨਗੇ? ਦੁਨੀਆ ਨੂੰ ਸਮਝ ਕਿਵੇਂ ਪਏਗੀ?
सतगुरु जी तां प्रगट होए ही। ऐसे गुर को बल बल जाइए, आप मुक्त होए आप मुक्त मोहे तारै। रहाओ। सतगुरु जी तां प्रगट होए ही उपदेश दे के ब्रह्म ज्ञान बख्श के मुक्त करन वास्ते ਹਨ। सो हे खालसा जी, सब सिंह गुरबाणी ਨੂੰ ਸੋਧ ਕੇ ਵਿਚਾਰ ਕੇ ਤੇ ਚਿੱਤ ਟਿਕਾ ਕੇ ਪੜਿਆ ਕਰੋ। ਇਹ ਸੁਣ ਕੇ ਭਾਈ ਦਇਆ ਸਿੰਘ ਜੀ ਆਦਿ ਮੁਖੀ ਸਿੰਘਾਂ ਨੇ ਬੇਨਤੀ ਕੀਤੀ, हे ਗਰੀਬ ਨਿਵਾਜ ਜੀ, ਆਪ ਕਿਰਪਾ ਕਰਕੇ ਗੁਰਬਾਣੀ ਦੇ ਅਰਥ ਪੜਾਓ ਜੀ। ਅਰਥਾਂ ਬਿਨਾਂ ਗੁਰਬਾਣੀ ਦੀ ਸ਼ੁੱਧੀ ਅਸ਼ੁੱਧੀ ਦਾ ਪਤਾ ਨਹੀਂ ਲੱਗਦਾ। ਤਾਂ ਹਜੂਰ ਨੇ ਫਰਮਾਇਆ, ਸਿੰਘੋ ਸਾਡਾ ਇਕਰਾਰ ਰਿਹਾ, ਹੁਣ ਤਾਂ ਧਰਮ ਯੁੱਧ ਦਾ ਸਮਾਂ ਹੈ, ਜੰਗ ਤੋਂ ਵਿਹਲੇ ਹੋ ਕੇ ਅਰਥ ਪੜਾਵਾਂਗੇ। ਜਦੋਂ ਕਲਗੀਧਰ ਪਿਤਾ ਜੀ ਸਰਬੰਸ ਵਾਰ ਕੇ ਸ੍ਰੀ ਮੁਕਤਸਰ ਸਾਹਿਬ ਟੁੱਟੀ ਗੰਢ ਕੇ ਸਾਬੋ ਕੀ ਤਲਵੰਡੀ ਆਏ ਤਾਂ ਸਿੰਘਾਂ ਨੇ ਬੇਨਤੀ ਕੀਤੀ, ਹਜੂਰ ਸਾਰੇ ਦੁਸ਼ਮਣ ਹਾਰ ਮੰਨ ਕੇ ਭੱਜ ਚੁੱਕੇ ਹਨ। ਜੋ ਆਪ ਜੀ ਨੇ ਗੁਰਬਾਣੀ ਦੇ ਅਰਥ ਪੜਾਉਣ ਦਾ ਇਕਰਾਰ ਕੀਤਾ ਸੀ, ਸੋ ਹੁਣ ਕਿਰਪਾ ਕਰਕੇ ਪੂਰਾ ਕਰੋ। ਤਾਂ ਮਹਾਰਾਜ ਜੀ ਨੇ ਕਿਹਾ, ਤੁਸੀਂ ਧੀਰਮਲ ਦੇ ਪਾਸ ਕਰਤਾਰਪੁਰ ਦੁਆਬੇ ਵਿੱਚ ਜਾਓ। ਪੰਜਵੇਂ ਪਾਤਸ਼ਾਹ ਜੀ ਨੇ ਜੋ ਗੁਰਬਾਣੀ ਦੀ ਬੀੜ ਰਚੀ ਹੈ, ਉਸ ਵਿੱਚ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਲਿਖਣ ਵਾਸਤੇ ਜਗ੍ਹਾ ਖਾਲੀ ਛੱਡੀ ਹੈ। ਉਹ ਸਰੂਪ ਲੈ ਆਵੋ, ਨਾਲੇ ਗੁਰਬਾਣੀ ਚੜਾ ਦਈਏ, ਨਾਲੇ ਤੁਹਾਨੂੰ ਅਰਥ ਪੜ੍ਹਾ ਦਈਏ। ਸਤਿਗੁਰਾਂ ਦਾ ਹੁਕਮ ਮੰਨ ਕੇ 25 ਸਿੰਘ ਧੀਰਮਲ ਕੋਲ ਗਏ। ਧੀਰਮਲ ਨੇ ਉੱਤਰ ਦਿੱਤਾ, ਇਹ ਬੀੜ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੰਜਵੇਂ ਸਰੂਪ ਵਿੱਚ ਤਿਆਰ ਕੀਤੀ ਹੈ। ਆਪ ਵੀ ਸਤਿਗੁਰੂ ਜੀ ਉਹਨਾਂ ਦਾ ਹੀ ਸਰੂਪ ਹਨ। ਆਪ ਕੰਠੋਂ ਕਿਉਂ ਨਹੀਂ ਰਚ ਲੈਂਦੇ? ਮੇਰੇ ਪਾਸੋਂ ਵੱਡਿਆਂ ਦੀ ਬਖਸ਼ਿਸ਼ ਕਿਉਂ ਖਾਉਂਦੇ ਹਨ? ਇਹ ਸੁਣ ਕੇ ਸਿੰਘਾਂ ਨੇ ਖਾਲੀ ਵਾਪਸ ਮੁੜ ਕੇ ਬੇਨਤੀ ਕੀਤੀ, ਮਹਾਰਾਜ ਜੀ, ਧੀਰਮਲ ਤਾਂ ਇਸ ਪ੍ਰਕਾਰ ਕਹਿੰਦਾ ਹੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਾਧ ਸੰਗਤ ਜੀ, ਅੱਜ ਲਈ ਇੰਨਾ ਹੀ। ਕੱਲ੍ਹ ਮੁੜ ਫਿਰ ਸ਼ੁਰੂ ਕਰਾਂਗੇ। ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮੇਰਾ